Kanchan Outlook। ਸ਼ਲੋਕ। ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ, ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ। ਜਿਸ ਮਨੁੱਖ ਨੇ ਗੁਰੂ ਦੇ ਪੂਰੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ, ਗੁਰੂ ਦੇ ਮੰਤਰ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ, ਉਹਦੀ ਮਤ ਪੂਰੀ ਹੋ ਜਾਂਦੀ ਹੈ, ਭਾਵ ਕਿ ਸੰਪੂਰਨ ਹੋ ਜਾਂਦੀ ਹੈ। ਉਹਨੂੰ ਸੰਪੂਰਨ ਅਕਲ ਆ ਜਾਂਦੀ ਹੈ ਤੇ ਉਹ ਐਸੀ ਅਕਲ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋ ਜਾਂਦਾ ਹੈ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾਉਣ ਤੋਂ। ਗੁਰੂ ਦਾ ਉਪਦੇਸ਼ ਕਿੱਥੇ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸਾਡਾ ਫਰਜ਼ ਹੈ ਕਿ ਅਸੀਂ ਇਸ ਗੁਰੂ ਦੇ ਉਪਦੇਸ਼ ਨੂੰ ਸਮਝੀਏ, ਆਪਣੇ ਮਨ ਦੇ ਵਿੱਚ ਇਸ ਉਪਦੇਸ਼ ਨੂੰ ਪੱਕਿਆਂ ਕਰ ਲਈਏ ਤਾਂ ਕਿ ਸਾਡੀ ਅਕਲ ਵੀ ਸੰਪੂਰਨ ਹੋ ਜਾਵੇ। ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ। ਭਗਵੰਤ ਤੋਂ ਭਾਵ ਭਾਗਾਂ ਵਾਲੇ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਆਪਣਾ ਮੰਨ ਲਿਆ, ਉਹਦੇ ਨਾਲ ਸਾਂਝ ਕਾਇਮ ਕਰ ਲਈ, ਉਹ ਮਨੁੱਖ ਭਾਗਾਂ ਵਾਲੇ ਹਨ। ਪੌੜੀ। ਮੰਮਾ ਜਾਹੂ ਮਰਮ ਪਛਾਨਾ, ਭੇਟਤ ਸਾਧ ਸੰਗ ਪਤਿਆਨਾ। ਮਰਮ ਤੋਂ ਭਾਵ ਭੇਦ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਇਸ ਭੇਦ ਨੂੰ ਸਮਝ ਲਿਆ। ਕਿਹੜਾ ਭੇਦ? ਕਿ ਉਹ ਪਰਮਾਤਮਾ ਸਦਾ ਸਾਡੇ ਅੰਗ ਸੰਗ ਹੈ। ਇਸ ਭੇਦ ਨੂੰ, ਇਸ ਉਪਦੇਸ਼ ਨੂੰ ਜਿਸ ਮਨੁੱਖ ਨੇ ਸਮਝ ਲਿਆ, ਉਹ ਸਾਧ ਸੰਗਤ ਦੇ ਵਿੱਚ ਜੁੜ ਕੇ ਇਸ ਸੰਦੇਸ਼ ਨੂੰ, ਇਸ ਉਪਦੇਸ਼ ਨੂੰ ਹੋਰ ਵੀ ਪੱਕਿਆਂ ਕਰ ਲੈਂਦਾ ਹੈ। ਸਾਧ ਸੰਗਤ ਦੇ ਵਿੱਚ ਉਹੀ ਦੁਨੀਆ, ਉਹੀ ਲੋਕ ਜੁੜਦੇ ਹਨ ਜਿਨ੍ਹਾਂ ਦਾ ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੁੰਦਾ ਹੈ। ਜਿਸ ਮਨੁੱਖ ਦਾ ਹਜੇ ਨਵਾਂ ਵਿਸ਼ਵਾਸ ਉਸ ਪਰਮਾਤਮਾ ਤੇ ਬਣਿਆ ਹੈ, ਨਵਾਂ ਵਿਸ਼ਵਾਸ ਇਸ ਉਪਦੇਸ਼ ਤੇ ਬਣਿਆ ਹੈ ਕਿ ਉਹ ਪਰਮਾਤਮਾ ਸਾਡੇ ਅੰਗ ਸੰਗ ਵਸਦਾ ਹੈ, ਜਦੋਂ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਜੁੜਦਾ ਹੈ ਤਾਂ ਉਹਨੂੰ ਉੱਥੇ ਅਜਿਹੇ ਸੱਜਣ, ਅਜਿਹੀ ਸੰਗਤ ਮਿਲਦੀ ਹੈ ਜੋ ਉਸ ਤੋਂ 2 ਕਦਮ ਅੱਗੇ ਜਾ ਕੇ ਉਸ ਪਰਮਾਤਮਾ ਨਾਲ ਸਾਂਝ ਕਾਇਮ ਕਰ ਚੁੱਕੀ ਹੁੰਦੀ ਹੈ। ਤਾਂ ਉਹਨਾਂ ਨੂੰ ਮਿਲ ਕੇ ਪਰਮਾਤਮਾ ਦੇ ਰਸਤੇ ਤੇ ਪਹਿਲਾ ਕਦਮ ਪੁੱਟਣ ਵਾਲੇ ਇਸ ਇਨਸਾਨ ਨੂੰ ਵੀ ਯਕੀਨ ਹੋ ਜਾਂਦਾ ਹੈ, ਉਹਦਾ ਉਸ ਪਰਮਾਤਮਾ ਦੇ ਵਿੱਚ ਯਕੀਨ ਹੋਰ ਵੀ ਪੱਕਾ ਹੋ ਜਾਂਦਾ ਹੈ। ਦੁੱਖ ਸੁੱਖ ਊਆ ਕੈ ਸਮਤ ਵਿਚਾਰਾ, ਨਰਕ ਸੁਰਗ ਰਹਿਤ ਅਵਤਾਰਾ। ਉਸ ਮਨੁੱਖ ਦੇ ਲਈ ਦੁੱਖ ਅਤੇ ਸੁੱਖ ਇੱਕ ਸਮਾਨ ਹੋ ਜਾਂਦੇ ਹਨ ਅਤੇ ਉਹ ਨਰਕ ਅਤੇ ਸੁਰਗ ਦੇ ਵਿੱਚ ਪੈਣ ਤੋਂ ਬਚ ਜਾਂਦਾ ਹੈ। ਆਮ ਪ੍ਰਚਲਿਤ ਵਿਚਾਰ ਹੈ ਕਿ ਅਸੀਂ ਨਰਕਾਂ ਤੋਂ ਬਚਣਾ ਹੈ, ਸੁਰਗਾਂ ਵੱਲ ਨੂੰ ਜਾਣਾ ਹੈ। ਸੁਰਗਾਂ ਦੇ ਵਿੱਚ ਸਥਾਨ ਹਾਸਲ ਕਰਨ ਦੇ ਲਈ ਦੁਨੀਆ ਬਹੁਤ ਪ੍ਰਕਾਰ ਦੇ ਪਾਪੜ ਵੇਲਦੀ ਹੈ, ਬਹੁਤ ਪ੍ਰਕਾਰ ਦੇ ਕਰਮ ਕਾਂਡ ਵੀ ਕਰਦੀ ਹੈ। ਪਰ ਜੇ ਅਸੀਂ ਗੁਰੂ ਦਾ ਉਪਦੇਸ਼ ਸੁਣੀਏ ਤਾਂ ਗੁਰੂ ਜੀ ਕਹਿੰਦੇ ਨਰਕ ਸੁਰਗ ਰਹਿਤ ਅਵਤਾਰਾ, ਭਾਵ ਕਿ ਨਰਕ ਅਤੇ ਸੁਰਗ ਤੋਂ ਜਾਣ ਤੋਂ ਬਚ ਜਾਂਦਾ ਹੈ ਉਹ ਮਨੁੱਖ। ਮੰਮਾ ਜਾਹੂ ਮਰਮ ਪਛਾਨਾ, ਜਿਹਨੇ ਉਸ ਪਰਮਾਤਮਾ ਦਾ ਭੇਦ ਜਾਣ ਲਿਆ, ਉਹਦੇ ਲਈ ਦੁੱਖ ਤੇ ਸੁੱਖ ਇੱਕ ਸਮਾਨ ਹੋ ਗਏ। ਇਸ ਲਈ ਨਰਕ ਤੇ ਸੁਰਗ ਮਾਇਨੇ ਰੱਖਣੋਂ ਹਟ ਗਏ। ਦੁੱਖ ਹੀ ਨਰਕ ਹੈ ਤੇ ਸੁੱਖ ਹੀ ਸਵਰਗ ਹੈ। ਉਹ ਮਨੁੱਖ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਤੇ ਸੁੱਖਾਂ ਦੇ ਵਿੱਚ ਪੈਰ ਨਹੀਂ ਛੱਡਦਾ। ਜਦੋਂ ਤੁਹਾਨੂੰ ਪਰਮਾਤਮਾ ਦਾ ਭੇਤ ਪੈ ਗਿਆ, ਉਦੋਂ ਤੁਸੀਂ ਸਿਰਫ ਇਹ ਸੋਚਦੇ ਹੋ ਕਿ ਇਹ ਦੋਨੋਂ ਹੀ ਉਸ ਪਰਮਾਤਮਾ ਦੀਆਂ, ਉਸ ਇੱਕ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਨਿਆਮਤਾਂ ਹਨ। ਜੇ ਸਾਨੂੰ ਦੁੱਖ ਮਿਲਿਆ ਹੈ, ਇਹ ਵੀ ਉਹਦੀ ਮਰਜ਼ੀ ਦੇ ਨਾਲ ਮਿਲਿਆ ਹੈ। ਸੁੱਖ ਮਿਲਿਆ ਹੈ, ਇਹ ਵੀ ਉਹਦੀ ਮਰਜ਼ੀ ਦੇ ਨਾਲ ਮਿਲਿਆ ਹੈ। ਸਾਡਾ ਇਸ ਗੱਲ ਦੇ ਉੱਤੇ ਸੰਪੂਰਨ ਯਕੀਨ ਹੋ ਜਾਂਦਾ ਹੈ। ਗੁਰੂ ਦਾ ਉਪਦੇਸ਼ ਇਹੀ ਹੈ ਜਿਹਨੂੰ ਅਸੀਂ ਸਮਝਣਾ ਹੈ, ਜਿਹਨੂੰ ਅਸੀਂ ਆਪਣੇ ਮਨ ਦੇ ਵਿੱਚ ਵਸਾਉਣਾ ਹੈ। ਵਸਾ ਪਾਏ ਤਾਂ ਸਾਡੀ ਅਕਲ ਸੰਪੂਰਨ ਹੋ ਜਾਏਗੀ। ਸਾਰੀਆਂ ਪੰਕਤੀਆਂ ਇੱਕ ਦੂਸਰੀ ਦੇ ਨਾਲ ਇਸ ਪ੍ਰਕਾਰ ਜੁੜ ਜਾਂਦੀਆਂ ਹਨ।
ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ। ਉਹ ਮਨੁੱਖ ਜਿਸ ਨੇ ਇਸ ਉਪਦੇਸ਼ ਨੂੰ ਸਮਝ ਲਿਆ, ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਵੀ ਮਹਿਸੂਸ ਕਰਦਾ ਹੈ। ਉਸ ਪਰਮਾਤਮਾ ਨੂੰ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਵੀ ਮਹਿਸੂਸ ਕਰਦਾ ਹੈ। ਇਹ ਵੀ ਮਹਿਸੂਸ ਕਰਦਾ ਹੈ ਕਿ ਉਹ ਪਰਮਾਤਮਾ ਖਾਸ ਤੌਰ 'ਤੇ ਹਰ ਹਿਰਦੇ ਦੇ ਵਿੱਚ ਵਸਦਾ ਹੈ। ਉਆ ਰਸ ਮਹਿ ਉਆਹੂ ਸੁਖ ਪਾਇਆ, ਨਾਨਕ ਲਿਪਤ ਨਹੀਂ ਤਿਹ ਮਾਇਆ। ਜਿਸ ਮਨੁੱਖ ਦਾ ਉਸ ਪਰਮਾਤਮਾ ਦੀ ਵਿਆਪਕਤਾ ਦੇ ਵਿੱਚ ਇੰਨਾ ਯਕੀਨ ਬਣ ਜਾਵੇ, ਉਸ ਵਿਆਪਕਤਾ ਤੋਂ ਉਹਨੂੰ ਜੋ ਆਤਮਿਕ ਰਸ ਮਿਲਦਾ ਹੈ, ਉਸ ਰਸ ਵਰਗਾ ਸੁੱਖ ਹੋਰ ਕਿਤੋਂ ਵੀ ਨਹੀਂ ਮਿਲਦਾ। ਇਸੇ ਲਈ ਹੀ ਮਾਇਆ ਉਸ ਮਨੁੱਖ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਕਿਉਂਕਿ ਪਰਮਾਤਮਾ ਦੇ ਨਾਲ ਕਾਇਮ ਹੋਈ ਸਾਂਝ ਦੇ ਵਿੱਚੋਂ ਜੋ ਸੁੱਖ ਪ੍ਰਾਪਤ ਹੁੰਦਾ ਹੈ, ਉਹ ਮਾਇਆ ਤੋਂ ਪ੍ਰਾਪਤ ਹੋਣ ਵਾਲੇ ਸੁੱਖ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਖਦਾਈ ਹੁੰਦਾ ਹੈ। ਸ਼ਲੋਕ। ਯਾਰ ਮੀਤ ਸੁਨ ਸਾਜਨੋ, ਬਿਨ ਹਰ ਛੂਟਨ ਨਾਹੇ, ਨਾਨਕ ਤੇ ਬੰਧਨ ਕਟੇ, ਗੁਰ ਕੀ ਚਰਨੀ ਪਾਹੇ। ਮੇਰੇ ਯਾਰੋ, ਮੇਰੇ ਮਿੱਤਰੋ, ਮੇਰੇ ਸੱਜਣੋ, ਗੁਰੂ ਜੀ ਕਹਿੰਦੇ ਕਿ ਮੇਰੀ ਗੱਲ ਸੁਣੋ। ਬਿਨ ਹਰ ਛੂਟਨ ਨਾਹੇ, ਉਸ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ। ਨਾਨਕ ਤੇ ਬੰਧਨ ਕੱਟੇ, ਗੁਰ ਕੀ ਚਰਨੀ ਪਾਹੇ। ਹੇ ਨਾਨਕ, ਉਹਨਾਂ ਮਨੁੱਖਾਂ ਦੇ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ ਜਿਹੜੇ ਮਨੁੱਖ ਗੁਰੂ ਦੀ ਚਰਨੀ ਜਾ ਪੈਂਦੇ ਹਨ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ। ਪਵੜੀ। ਯਈਆ ਜਤਨ ਕਰਤ ਬਹੁ ਵਿਧਿਆ, ਏਕ ਨਾਮ ਬਿਨ ਕਹਿ ਲਓ ਸਿਧਿਆ। ਸਿਧਿਆ ਤੋਂ ਭਾਵ ਸਫਲਤਾ। ਮਨੁੱਖ ਮਾਇਆ ਦੇ ਬੰਧਨਾਂ ਤੋਂ ਖਲਾਸੀ ਪ੍ਰਾਪਤ ਕਰਨ ਦੇ ਲਈ ਬਹੁਤ ਪ੍ਰਕਾਰ ਦੀਆਂ ਵਿਧੀਆਂ ਅਪਣਾਉਂਦਾ ਹੈ, ਬੜੇ ਯਤਨ ਕਰਦਾ ਹੈ, ਪਰ ਇੱਕ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਫਲਤਾ ਹਾਸਲ ਨਹੀਂ ਹੁੰਦੀ। ਮਾਇਆ ਦੇ ਬੰਧਨ ਕੱਟਣੇ ਹਨ ਤਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਜੁੜਨਾ ਪੈਂਦਾ ਹੈ। ਹੋਰ ਕੋਈ ਚਾਰਾ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਯਾਹੂ ਜਤਨ ਕਰ ਹੋਤ ਛੁਟਾਰਾ, ਉਆਹੂ ਜਤਨ ਸਾਧ ਸੰਗਾਰਾ। ਜਿਹੜੇ ਯਤਨ ਕਰਨ ਦੇ ਨਾਲ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ, ਉਹ ਯਤਨ ਇਹ ਹੈ ਕਿ ਸਾਧ ਸੰਗਤ ਦੇ ਵਿੱਚ ਜੁੜੋ, ਗੁਰੂਆਂ ਦਾ, ਸਾਧੂਆਂ ਦਾ ਸੰਗ ਕਰੋ, ਉਹਨਾਂ ਦੀ ਸੰਗਤ ਦੇ ਵਿੱਚ ਜੁੜ ਕੇ ਬੈਠੋ। ਯਾ ਉਬਰਨ ਧਾਰੈ ਸਭ ਕੋਊ, ਉਆਹੈ ਜਪੇ ਬਿਨ ਉਬਰ ਨਾ ਹੋਊ। ਉਬਰਨ ਜਾਂ ਉਬਰ ਤੋਂ ਭਾਵ ਮਾਇਆ ਦੇ ਬੰਧਨਾਂ ਤੋਂ ਖਲਾਸੀ, ਮਾਇਆ ਦੇ ਬੰਧਨਾਂ ਤੋਂ ਬਚ ਜਾਣਾ। ਯਾ ਉਬਰਨ ਧਾਰੈ ਸਭ ਕੋਊ। ਹਰ ਇੱਕ ਮਨੁੱਖ ਇਹ ਗੱਲ ਆਪਣੇ ਅੰਦਰ ਧਾਰਦਾ ਹੈ, ਆਪਣੇ ਮਨ ਦੇ ਵਿੱਚ ਧਾਰਦਾ ਹੈ ਕਿ ਉਹਨੇ ਮਾਇਆ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਹਰ ਕੋਈ ਮਨੁੱਖ ਚਾਹੁੰਦਾ ਹੈ ਕਿ ਮਾਇਆ ਦੇ ਬੰਧਨਾਂ ਤੋਂ ਉਹ ਛੁੱਟ ਜਾਵੇ, ਆਜ਼ਾਦ ਹੋ ਜਾਵੇ, ਪਰ ਉਆਹੈ ਜਪੇ ਬਿਨ ਉਬਰ ਨਾ ਹੋਊ। ਜਿਹੜੇ ਯਤਨ ਕਰਨ ਦੇ ਨਾਲ ਇਹਨਾਂ ਬੰਧਨਾਂ ਤੋਂ ਬਚਿਆ ਜਾ ਸਕਦਾ ਹੈ, ਉਹ ਯਤਨ ਮਨੁੱਖ ਨਹੀਂ ਕਰਦਾ। ਉਹ ਯਤਨ ਕਿਹੜੇ ਨੇ? ਉਆਹੈ ਜਪੇ ਬਿਨ ਉਬਰ ਨਾ ਹੋਊ। ਉਸ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾ ਮਾਇਆ ਤੋਂ ਖਲਾਸੀ ਨਹੀਂ ਹੋ ਸਕਦੀ, ਤੇ ਇਹੀ ਕੰਮ ਮਨੁੱਖ ਕਰਦਾ ਨਹੀਂ। ਯਾਹੂ ਤਰਨ ਤਾਰਨ ਸਮਰਾਥਾ, ਰਾਖ ਲੇਹੋ ਨਿਰਗੁਣ ਨਰ ਨਾਥਾ। ਨਰ ਨਾਥਾ ਤੋਂ ਭਾਵ ਨਰਾਂ ਦੇ ਨਾਥ, ਯਾਨੀ ਕਿ ਜੀਵਾਂ ਦੇ ਨਾਥ। ਰਾਖ ਲੇਹੋ ਨਿਰਗੁਣ ਨਰ ਨਾਥਾ। ਹੇ ਨਰਨਾਥ, ਹੇ ਜੀਵਾਂ ਦੇ ਨਾਥ ਪ੍ਰਮਾਤਮਾ, ਸਾਨੂੰ ਨਿਰਗੁਣਾਂ ਨੂੰ ਰੱਖ ਲੈ, ਸਾਨੂੰ ਗੁਣਹੀਨਾਂ ਨੂੰ ਬਚਾ ਲੈ। ਉਹ ਪ੍ਰਮਾਤਮਾ ਖੁਦ ਹੀ ਤਰਨ ਯਾਨੀ ਕਿ ਜਹਾਜ਼ ਹੈ, ਤੇ ਖੁਦ ਹੀ ਸੰਸਾਰ ਸਮੁੰਦਰ ਤੋਂ ਤਾਰਨ ਦੇ ਸਮਰੱਥ ਹੈ। ਮਨ ਬਚ ਕਰਮ ਜਿਹੇ ਆਪ ਜਨਾਈ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ, ਵਚਨਾਂ ਵਿੱਚ
ਅਤੇ ਕਰਮਾਂ ਦੇ ਵਿੱਚ ਉਸ ਪਰਮਾਤਮਾ ਨੇ ਮਾਇਆ ਦੇ ਮੋਹ ਤੋਂ ਬਚਣ ਵਾਲੀ ਵਿਰਤੀ, ਸੂਝ ਆਪ ਜਨਾਈ ਹੈ, ਆਪ ਪੈਦਾ ਕੀਤੀ ਹੈ। ਨਾਨਕ ਤਿਹ ਮਤ ਪ੍ਰਗਟੀ ਆਈ, ਹੈ ਨਾਨਕ ਉਹਨਾਂ ਦੀ ਮਤ ਉੱਜਲ ਹੋ ਜਾਂਦੀ ਹੈ। ਸ਼ਲੋਕ। ਰੋਸ ਨ ਕਾਹੂ ਸੰਗ ਕਰੋ, ਆਪਨ ਆਪ ਵਿਚਾਰ, ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਗੁਰੂ ਜੀ ਕਹਿੰਦੇ ਕਿ ਕਿਸੇ ਦੂਜੇ ਨਾਲ ਗੁੱਸਾ ਨਾ ਕਰੋ, ਬਲਕਿ ਆਪਣੇ ਆਪ ਨੂੰ ਵਿਚਾਰੋ। ਜੇ ਅਸੀਂ ਦੂਜਿਆਂ ਦੇ ਨਾਲ ਝਗੜਦੇ ਹਾਂ ਤਾਂ ਉਸ ਝਗੜੇ ਨੂੰ, ਉਸ ਝਗੜੇ ਵਾਲੇ ਸੁਭਾਅ ਨੂੰ ਆਪਣੇ ਵਿੱਚ ਪਾਇਆ ਹੋਇਆ ਇੱਕ ਦੋਸ਼ ਸਮਝੋ ਤੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਦੂਜਿਆਂ ਤੇ ਗੁੱਸਾ ਕਰੋ। ਜਿਹੜਾ ਮਨੁੱਖ ਇਸ ਜਗਤ ਦੇ ਵਿੱਚ ਨਿਮਾਣਾ ਹੋ ਕੇ ਚੱਲਦਾ ਹੈ, ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ, ਉਹ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਹਦੇ ਰਾਹ ਦੇ ਵਿੱਚ ਗੁੱਸੇ ਦੀਆਂ ਬੇਅੰਤ ਲਹਿਰਾਂ ਅੜਿੱਕਾ ਨਹੀਂ ਬਣਦੀਆਂ। ਪੌੜੀ। ਰਾਰਾ ਰੇਨ ਹੋਤ ਸਭ ਜਾਕੀ, ਤਜ ਅਭਿਮਾਨ ਛੁੱਟੈ ਤੇਰੀ ਬਾਕੀ। ਸਾਰੀ ਲੁਕਾਈ ਜਿਸ ਗੁਰੂ ਦੀ ਚਰਨ ਧੂੜ ਹੁੰਦੀ ਹੈ, ਤੂੰ ਵੀ ਉਸ ਗੁਰੂ ਦੇ ਅੱਗੇ ਜਾ ਕੇ ਆਪਣੇ ਮਨ ਦਾ ਹੰਕਾਰ ਦੂਰ ਕਰ। ਜੇ ਤੂੰ ਅਜਿਹਾ ਕਰੇਂਗਾ ਤਾਂ ਤੇਰੇ ਲੇਖੇ ਦੇ ਵਿੱਚ ਜੋ ਤੇਰਾ ਬਾਕੀ ਬਚਦਾ ਹੈ ਉਹ ਛੱਡ ਦਿੱਤਾ ਜਾਏਗਾ। ਭਾਵ ਕਿ ਜੇ ਤੂੰ ਹੰਕਾਰ ਨੂੰ ਖਤਮ ਕਰ ਲਿਆ ਤਾਂ ਤੇਰੇ ਅੰਦਰੋਂ ਬਾਕੀ ਦੇ ਵਿਕਾਰ ਵੀ ਖਤਮ ਹੋ ਜਾਣਗੇ, ਖਾਸ ਕਰਕੇ ਕ੍ਰੋਧ, ਕਿਉਂਕਿ ਹੰਕਾਰ ਹੀ ਹੈ ਜੋ ਕ੍ਰੋਧ ਨੂੰ ਜਨਮ ਦਿੰਦਾ ਹੈ। ਜਦੋਂ ਹੰਕਾਰ ਨੂੰ ਮਾਰ ਲਿਆ ਤਾਂ ਮਨੁੱਖ ਨਿਮਾਣਾ ਹੋ ਜਾਂਦਾ ਹੈ ਤੇ ਨਿਮਾਣਿਆਂ ਨੂੰ ਗੁੱਸਾ ਨਹੀਂ ਆਉਂਦਾ, ਕ੍ਰੋਧ ਨਹੀਂ ਆਉਂਦਾ। ਰਣ ਦਰ ਗਏ ਤਉ ਸੀਜੈ ਭਾਈ, ਜੋ ਗੁਰਮੁਖ RAM ਨਾਮ ਲਿਵ ਲਾਈ। ਇਸ ਜਗਤ ਰੂਪ ਰਣ ਭੂਮੀ ਅਤੇ ਉਸ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਉਹੀ ਮਨੁੱਖ ਸਫਲ ਹੁੰਦਾ ਹੈ ਜਿਸ ਨੇ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜੀ ਹੁੰਦੀ ਹੈ। ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰ ਪੂਰੈ ਕਾ ਸ਼ਬਦ ਅਪਾਰਾ। ਉਸ ਪੂਰੇ ਗੁਰੂ ਦਾ ਸ਼ਬਦ, ਉਹਦਾ ਉਪਦੇਸ਼ ਬੜਾ ਬੇਅੰਤ ਹੈ, ਬੜਾ ਅਪਾਰ ਹੈ। ਜਦੋਂ ਅਸੀਂ ਆਪਣੇ ਮਨ ਨੂੰ ਉਸ ਪੂਰੇ ਗੁਰੂ ਦੇ ਸ਼ਬਦਾਂ ਦੇ ਵਿੱਚ ਜੋੜਦੇ ਹਾਂ ਤਾਂ ਮਨ ਦੇ ਵਿੱਚ ਪਨਪੇ ਹੋਏ ਵਿਕਾਰ ਹੌਲੀ ਹੌਲੀ ਸਹਿਜੇ ਸਹਿਜੇ ਖਤਮ ਹੋ ਜਾਂਦੇ ਨੇ। ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰ ਪੂਰੈ ਕਾ ਸ਼ਬਦ ਅਪਾਰਾ। ਰਾਤੇ ਰੰਗ ਨਾਮ ਰਸ ਮਾਤੇ, ਨਾਨਕ ਹਰ ਗੁਰ ਕੀਨੀ ਦਾਤੇ। ਹੇ ਨਾਨਕ, ਜਿਨ੍ਹਾਂ ਬੰਦਿਆਂ ਨੂੰ ਗੁਰੂ ਨੇ ਉਸ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਹੈ, ਉਹ ਉਸ ਪ੍ਰਮਾਤਮਾ ਦੇ ਨਾਮ ਦੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ, ਉਹਦੇ ਸਵਾਦ ਦੇ ਵਿੱਚ ਮਸਤ ਰਹਿੰਦੇ ਹਨ। ਉਸ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਉਹ ਇੰਨੇ ਮਸਤ ਹੁੰਦੇ ਹਨ ਕਿ ਦੂਜਿਆਂ ਦੇ ਨਾਲ ਝਗੜਦੇ ਨਹੀਂ, ਦੂਜਿਆਂ ਦੇ ਨਾਲ ਰੋਸ ਨਹੀਂ ਕਰਦੇ। ਤੇ ਇਸ ਸਭ ਦੇ ਪਿੱਛੇ ਵੱਡਾ ਕਾਰਨ ਇਹ ਹੁੰਦਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਇਹ ਗੱਲ ਹਿਰਦਿਆਂ ਦੇ ਵਿੱਚ ਪਰਪੱਕ ਹੋ ਜਾਂਦੀ ਹੈ ਕਿ ਜੋ ਕੁਝ ਵੀ ਹੁੰਦਾ ਹੈ ਉਸ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਜੇ ਕੋਈ ਕ੍ਰੋਧ ਕਰ ਰਿਹਾ ਹੈ ਉਹਦੀ ਰਜ਼ਾ ਅਨੁਸਾਰ ਹੀ ਕਰ ਰਿਹਾ ਹੈ, ਸਾਡੇ ਨਾਲ ਝਗੜ ਰਿਹਾ ਹੈ ਉਹਦੀ ਰਜ਼ਾ ਅਨੁਸਾਰ ਹੀ ਝਗੜ ਰਿਹਾ ਹੈ। ਇਸ ਲਈ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ। ਸ਼ਲੋਕ। ਲਾਲਚ ਝੂਠ ਬਿਖੈ ਵਿਆਦ, ਇਆ ਦੇਹੀ ਮਹਿਬਾਸ। ਲਾਲਚ, ਝੂਠ ਤੇ ਵਿਸ਼ੇ ਵਿਕਾਰ ਇਸ ਮਨੁੱਖੇ ਸਰੀਰ ਦੇ ਵਿੱਚ ਮੌਜੂਦ ਹਨ, ਵਾਸ ਕਰਦੇ ਹਨ। ਇਹ ਕੁਦਰਤੀ ਵਰਤਾਰਾ ਹੈ ਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਮਾਨਸਿਕ ਜੀਵਨ ਤੇ ਇਹਨਾਂ ਦਾ ਬੁਰਾ ਪ੍ਰਭਾਵ ਵੀ ਪੈਂਦਾ ਹੈ। ਸਾਡੇ ਜੀਵਨ ਦੇ ਵਿੱਚ ਜ਼ਿਆਦਾਤਰ ਦੁੱਖ ਤਕਲੀਫਾਂ ਜੋ ਅਸੀਂ ਮਹਿਸੂਸ ਕਰਦੇ ਹਾਂ,
ਲਾਲਚ, ਝੂਠ, ਹੰਕਾਰ ਆਦਿਕ ਵਿਕਾਰਾਂ ਤੋਂ ਹੀ ਉਤਪੰਨ ਹੁੰਦੀਆਂ ਹਨ। ਇਸੇ ਲਈ ਗੁਰੂ ਜੀ ਨੇ ਕਿਹਾ ਕਿ ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੇਣ ਵਾਲਾ ਹਰੀ ਦਾ ਨਾਮ ਰਸ ਪੀ ਲਿਆ, ਉਹਦੇ ਅੰਦਰ ਆਤਮਿਕ ਆਨੰਦ ਟਿਕਿਆ ਰਹਿੰਦਾ ਹੈ, ਸੁਖ ਨਿਵਾਸ ਕਰਦਾ ਹੈ। ਪੌੜੀ। ਲੱਲਾ ਲਾਵੋ ਔਖਦ ਜਾਹੂ, ਦੁਖ ਦਰਦ ਤਿਹ ਮਿਟੈ ਖਿਨਾਹੂ। ਉਸ ਮਨੁੱਖ ਦੇ ਦੁੱਖ ਦਰਦ ਇੱਕ ਪਲ ਦੇ ਵਿੱਚ ਮਿਟ ਜਾਂਦੇ ਹਨ, ਜਿਹਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਦਵਾਈ ਲਗਾ ਦਿੱਤੀ ਜਾਵੇ। ਨਾਮ ਔਖਦ ਜਿਹ ਹਿਰਦੈ ਹਿਤਾਵੈ, ਤਾਹੈ ਰੋਗ ਸੁਪਨੈ ਨਹੀਂ ਆਵੈ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਰੋਗ ਨਾਸ਼ਕ ਉਸ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਜਾਵੇ, ਉਹਨੂੰ ਸੁਪਨੇ ਦੇ ਵਿੱਚ ਵੀ ਆਤਮਿਕ ਰੋਗ ਵਿਕਾਰ ਤੰਗ ਨਹੀਂ ਕਰਦੇ, ਸੁਪਨੇ ਦੇ ਵਿੱਚ ਵੀ ਆਤਮਿਕ ਰੋਗ ਉਹਦੇ ਨੇੜੇ ਨਹੀਂ ਢੁਕਦੇ। ਹਰ ਔਖਦ ਸਭ ਘਟ ਹੈ ਭਾਈ। ਤੇ ਦੂਜੀ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਹ ਜੋ ਪ੍ਰਮਾਤਮਾ ਦੇ ਨਾਮ ਰੂਪੀ ਦਵਾਈ ਹੈ, ਹਰ ਘਟ ਦੇ ਵਿੱਚ ਮੌਜੂਦ ਹੈ, ਹਰ ਹਿਰਦੇ ਦੇ ਵਿੱਚ ਮੌਜੂਦ ਹੈ, ਪਰ ਸਾਨੂੰ ਵਰਤਣੀ ਨਹੀਂ ਆਉਂਦੀ। ਸਾਡੇ ਅੰਦਰ ਹੀ ਇਹ ਦਵਾਈ ਪਈ ਹੈ, ਇਹਨੂੰ ਵਰਤਣਾ ਕਿਵੇਂ ਆ, ਇਹਦਾ ਸਾਨੂੰ ਵੱਲ ਨਹੀਂ। ਇਸ ਵੱਲ ਨੂੰ ਸਿਖਾਉਣ ਦੇ ਲਈ ਹੀ ਸਾਡੇ ਗੁਰੂ ਸਾਹਿਬਾਨਾਂ ਨੇ ਉਪਦੇਸ਼ ਦਿੱਤੇ ਹਨ, ਸਾਨੂੰ ਸਿੱਖਿਆਵਾਂ ਦਿੱਤੀਆਂ ਨੇ। ਗੁਰ ਪੂਰੇ ਬਿਨ ਬਿਧ ਨਾ ਬਣਾਈ। ਇਹਨੂੰ ਵਰਤਣਾ ਕਿਵੇਂ ਹੈ, ਇਹ ਢੰਗ ਪੂਰੇ ਗੁਰੂ ਤੋਂ ਬਿਨਾਂ ਸਿੱਖਿਆ ਨਹੀਂ ਜਾਂਦਾ। ਗੁਰ ਪੂਰਾ ਸੰਜਮ ਕਰ ਦੀਆ, ਨਾਨਕ ਤਉ ਫਿਰ ਦੁਖ ਨਾ ਥੀਆ। ਪੂਰੇ ਗੁਰੂ ਨੇ ਆਪਣੇ ਉਪਦੇਸ਼ਾਂ ਦੇ ਨਾਲ ਇੱਕ ਪਰਹੇਜ਼ ਨਿਯਤ ਕਰ ਦਿੱਤਾ, ਨਿਯਮਤ ਕਰ ਦਿੱਤਾ ਕਿ ਕਿਵੇਂ ਇਸ ਦਵਾਈ ਨੂੰ ਤੁਸੀਂ ਵਰਤਣਾ ਹੈ। ਜੇਕਰ ਅਸੀਂ ਉਸ ਪਰਹੇਜ਼ ਦੇ ਅਨੁਸਾਰ ਇਸ ਪਰਮਾਤਮਾ ਦੇ ਨਾਮ ਦੀ ਦਵਾਈ ਨੂੰ ਵਰਤੀ ਚੱਲੀਏ, ਕੋਈ ਵੀ ਦੁੱਖ ਸਾਡੇ ਨੇੜੇ ਨਹੀਂ ਢੁਕਦਾ। ਤੇ ਉਹ ਪਰਹੇਜ਼ ਕਿਹੜਾ ਹੈ, ਇਸ ਗੱਲ ਨੂੰ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈ। ਅੱਗੇ ਚੱਲ ਕੇ ਇਸ ਪਰਹੇਜ਼ ਦੇ ਬਾਰੇ ਗੱਲ ਕਰਦੇ ਹਾਂ। ਸ਼ਲੋਕ। ਵਾਸੁਦੇਵ ਸਰਵਤਰ ਮੈਂ, ਊਨ ਨਾ ਕਤਹੂ ਠਾਈ। ਅੰਤਰ ਬਾਹਰ ਸੰਗ ਹੈ, ਨਾਨਕ ਕਾਏ ਦੁਰਾਈ। ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਨਾਮ ਵਾਸੁਦੇਵ ਸੀ। ਹਾਲਾਂਕਿ ਕ੍ਰਿਸ਼ਨ ਜੀ ਨੂੰ ਭਗਵਾਨ ਮੰਨਿਆ ਗਿਆ ਹੈ, ਪਰ ਇਸ ਪੰਕਤੀ ਦੇ ਵਿੱਚ ਪਰਮਾਤਮਾ ਸ਼ਬਦ ਦੀ ਥਾਂ ਤੇ ਵਾਸੁਦੇਵ ਸ਼ਬਦ ਵਰਤਿਆ ਗਿਆ ਹੈ, ਕ੍ਰਿਸ਼ਨ ਜੀ ਦੇ ਪਿਤਾ ਦਾ ਨਾਮ ਵਰਤਿਆ ਗਿਆ ਹੈ। ਗੁਰੂ ਜੀ ਕਹਿੰਦੇ ਕਿ ਵਾਸੁਦੇਵ ਸਰਵਤਰ ਮੈਂ, ਕਿ ਉਹ ਪਰਮਾਤਮਾ ਸਭ ਥਾਈਂ ਮੌਜੂਦ ਹੈ। ਊਨ ਨਾ ਕਤਹੂ ਠਾਈ, ਕਿਸੇ ਵੀ ਜਗ੍ਹਾ ਤੇ ਉਹਦੀ ਅਣਹੋਂਦ ਨਹੀਂ ਹੈ। ਅੰਤਰ ਬਾਹਰ ਸੰਗ ਹੈ, ਸਾਡੇ ਅੰਦਰ ਵੀ ਵਸਦਾ ਹੈ, ਸਾਡੇ ਬਾਹਰ ਸਾਡੇ ਚਾਰ ਚੁਫੇਰੇ ਵੀ ਵਸਦਾ ਹੈ। ਨਾਨਕ ਕਾਏ ਦੁਰਾਏ, ਕਹਿੰਦੇ ਹੇ ਨਾਨਕ, ਉਹਦੇ ਤੋਂ ਕਿਵੇਂ ਕੋਈ ਕੁਝ ਲੁਕੋ ਸਕਦਾ ਹੈ। ਭਾਵ ਕਿ ਜੇ ਕਿਸੇ ਜੀਵ ਦੇ ਮਨ ਦੇ ਵਿੱਚ ਇਹ ਖਿਆਲ ਵੀ ਹੋਵੇ ਕਿ ਉਹ ਉਸ ਪ੍ਰਮਾਤਮਾ ਤੋਂ ਲੁਕੋ ਕੇ ਕੋਈ ਕੰਮ ਕਰ ਸਕਦਾ ਹੈ, ਤਾਂ ਉਹ ਖਿਆਲ ਵਿਅਰਥ ਹੈ, ਕਿਉਂਕਿ ਉਸ ਪ੍ਰਮਾਤਮਾ ਤੋਂ ਕੁਝ ਵੀ ਲੁਕੋਇਆ ਨਹੀਂ ਜਾ ਸਕਦਾ। ਪੌੜੀ। ਵਾਹ ਵਾਹ ਵੈਰ ਨਾ ਕਰੀਐ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਕਹਿੰਦੇ ਘਟ ਘਟ ਦੇ ਵਿੱਚ ਉਹ ਪ੍ਰਮਾਤਮਾ ਵਸਿਆ ਹੋਇਆ ਹੈ, ਹਰ ਇੱਕ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਵਸਿਆ ਹੋਇਆ ਹੈ। ਇਸ ਕਰਕੇ ਕਿਸੇ ਵੀ ਦੂਸਰੇ ਦੇ ਨਾਲ ਵੈਰ ਨਹੀਂ ਕਰਨਾ ਚਾਹੀਦਾ। ਜੇ ਅਸੀਂ ਕਿਸੇ ਦੂਜੇ ਸਰੀਰ ਦੇ ਨਾਲ ਵੈਰ ਕਰਦੇ ਹਾਂ, ਮਤਲਬ ਅਸੀਂ ਉਸ ਪ੍ਰਮਾਤਮਾ ਨਾਲ ਹੀ ਵੈਰ ਕਰ ਰਹੇ ਹਾਂ, ਕਿਉਂਕਿ ਉਸ ਸਰੀਰ ਦੇ ਅੰਦਰ ਉਹ ਪ੍ਰਮਾਤਮਾ ਵੀ ਵਸਿਆ ਹੋਇਆ ਹੈ। ਜਿਸ ਪ੍ਰਕਾਰ ਸਿੱਖ ਧਰਮ ਦੇ ਵਿੱਚ ਲੋਕ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਨ, ਤੇ ਹਿੰਦੂ ਧਰਮ ਦੇ ਵਿੱਚ ਜਦੋਂ ਲੋਕ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਨਮਸਕਾਰ ਜਾਂ ਨਮਸਤੇ ਬੁਲਾਉਂਦੇ ਹਨ। ਤੇ ਇਹ ਵਿਚਾਰ ਹੈ ਕਿ ਉਹ ਨਮਸਕਾਰ ਉਸ ਸਰੀਰ ਨੂੰ ਨਹੀਂ, ਬਲਕਿ ਉਸ ਸਰੀਰ ਦੇ ਅੰਦਰ ਵਸਦੇ ਹੋਏ ਪ੍ਰਮਾਤਮਾ ਨੂੰ ਕੀਤੀ ਜਾਂਦੀ ਹੈ। ਸੋ ਜੇਕਰ ਅਸੀਂ ਵੈਰ ਕਰਦੇ ਹਾਂ ਤਾਂ ਉਹ ਵੈਰ ਵੀ ਉਸ ਸਰੀਰ ਨੂੰ ਨਹੀਂ, ਉਹਦੇ ਅੰਦਰ ਵਸਦੇ ਹੋਏ
ਪ੍ਰਮਾਤਮਾ ਨੂੰ ਕਰ ਰਹੇ ਹਾਂ, ਇਹ ਮੰਨ ਕੇ ਚੱਲਣਾ ਪਵੇਗਾ। ਜੇਕਰ ਸਾਡਾ ਇਸ ਗੱਲ 'ਤੇ ਯਕੀਨ ਹੈ ਤਾਂ ਅਸੀਂ ਕਿਸੇ ਵੀ ਦੂਜੇ ਸਰੀਰ ਦੇ ਨਾਲ ਵੈਰ ਨਹੀਂ ਕਰਾਂਗੇ। ਵਾਸੂਦੇਵ ਜਲ ਥਲ ਮਹਿ ਰਵਿਆ, ਗੁਰ ਪ੍ਰਸਾਦ ਵਿਰਲੈ ਹੀ ਗਵਿਆ। ਗਵਿਆ ਤੋਂ ਭਾਵ ਗਮਨ ਕਰਨਾ, ਭਾਵ ਪਹੁੰਚ ਕਰਨੀ। ਕਹਿੰਦੇ ਉਹ ਪ੍ਰਮਾਤਮਾ ਜਲ ਅਤੇ ਥਲ ਹਰ ਥਾਂ ਮੌਜੂਦ ਹੈ। ਇਸ ਬ੍ਰਹਿਮੰਡ ਦੇ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ, ਪਰ ਉਹਦੇ ਤੱਕ ਪਹੁੰਚ ਕੋਈ ਵਿਰਲਾ ਮਨੁੱਖ ਹੀ ਕਰਦਾ ਹੈ ਜੋ ਗੁਰੂ ਦੇ ਲੜ ਲੱਗਦਾ ਹੈ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਨਤੇ। ਵਰਨ ਚਿਹਨ ਸਗਲੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਉਹ ਜੋ ਪ੍ਰਮਾਤਮਾ ਹੈ ਉਹ ਜਾਤ ਪਾਤ ਅਤੇ ਰੂਪ ਰੇਖ ਤੋਂ ਨਿਆਰਾ ਹੈ, ਭਾਵ ਨਾ ਤੇ ਉਸ ਪ੍ਰਮਾਤਮਾ ਦੀ ਕੋਈ ਜਾਤ ਦੱਸੀ ਜਾ ਸਕਦੀ ਹੈ ਤੇ ਨਾ ਹੀ ਉਹਦਾ ਕੋਈ ਰੂਪ ਰੇਖ ਦੱਸਿਆ ਜਾ ਸਕਦਾ ਹੈ। ਇਸ ਲਈ ਹੇ ਨਾਨਕ, ਜੋ ਜੋ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਨੂੰ ਸਿਮਰਦੇ ਹਨ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ, ਤੇ ਨਾਲ ਹੀ ਹਰ ਕੀਰਤਨ ਗੁਰਮੁਖ ਜੋ ਸੁਨਤੇ। ਆਪਣੇ ਮੁਖ ਦੇ ਨਾਲ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਵੀ ਹੈ ਤੇ ਸੰਗਤ ਜੋ ਸਿਫਤ ਸਲਾਹ ਕਰ ਰਹੀ ਹੈ ਉਹਨੂੰ ਸੁਣਨਾ ਵੀ ਹੈ। ਜਿਹੜੇ ਮਨੁੱਖ ਅਜਿਹਾ ਕਰਦੇ ਨੇ, ਵੈਰ ਵਿਰੋਧ ਮਿਟੇ ਤਿਹ ਮਨ ਤੇ, ਉਹਨਾਂ ਦੇ ਮਨਾਂ ਦੇ ਵਿੱਚੋਂ ਵੈਰ ਵਿਰੋਧ ਮਿਟ ਜਾਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 259ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਇਸ ਵੀਡੀਓ ਨੂੰ ਸਮਾਪਤ ਕਰਨ ਤੋਂ ਪਹਿਲਾਂ ਆਪਾਂ ਉਸ ਪਰਹੇਜ਼ ਦੀ ਗੱਲ ਕਰਦੇ ਹਾਂ ਜੋ ਗੁਰੂ ਸਾਹਿਬ ਨੇ ਬਖਸ਼ਿਆ ਹੈ। ਜਿਸ ਪਰਹੇਜ਼ ਦੇ ਨਾਲ ਜੇਕਰ ਪ੍ਰਮਾਤਮਾ ਦੇ ਨਾਮ ਰੂਪੀ ਦਵਾਈ ਨੂੰ ਅਸੀਂ ਵਰਤੀਏ ਤਾਂ ਅਸੀਂ ਆਪਣੇ ਆਪ ਨੂੰ ਦੁੱਖਾਂ ਤੋਂ, ਵਿਕਾਰਾਂ ਤੋਂ ਮੁਕਤ ਕਰ ਸਕਦੇ ਹਾਂ। ਸੋ ਦਵਾਈ ਕੀ ਹੈ? ਉਸ ਪ੍ਰਮਾਤਮਾ ਦਾ ਨਾਮ। ਲੈਣੀ ਕਿਵੇਂ ਹੈ? ਹਰ ਵਕਤ ਉਸ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਰੱਖ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਕਿਤੇ ਵੀ ਹੋਈਏ, ਕੁਝ ਵੀ ਕਰਦੇ ਹੋਈਏ, ਉਹ ਪ੍ਰਮਾਤਮਾ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ। ਇਹ ਖਿਆਲ ਸਾਡੇ ਵਿੱਚੋਂ ਨਿਕਲਣਾ ਨਹੀਂ ਚਾਹੀਦਾ ਕਿ ਉਹ ਪ੍ਰਮਾਤਮਾ ਸਾਡੇ ਅੰਦਰ ਵਸ ਰਿਹਾ ਹੈ, ਸਾਡੇ ਬਾਹਰ ਵੀ ਵਸ ਰਿਹਾ ਹੈ। ਜੋ ਕੁਝ ਵੀ ਅਸੀਂ ਕਰ ਰਹੇ ਹਾਂ ਉਹ ਵੇਖ ਰਿਹਾ ਹੈ। ਅਸੀਂ ਚਾਹੀਏ ਵੀ ਤਾਂ ਉਹਦੇ ਤੋਂ ਲੁਕੋ ਨਹੀਂ ਸਕਦੇ। ਇਹ ਸਭ ਕੁਝ ਪ੍ਰਮਾਤਮਾ ਦਾ ਨਾਮ ਜਪਣਾ ਹੀ ਹੈ ਜਦੋਂ ਅਸੀਂ ਉਹਨੂੰ ਚੇਤੇ ਦੇ ਵਿੱਚ ਰੱਖਦੇ ਹਾਂ। ਜਿਸ ਵਕਤ ਅਸੀਂ ਉਸ ਪ੍ਰਮਾਤਮਾ ਨੂੰ ਭੁੱਲ ਗਏ, ਭੁੱਲ ਕੇ ਅਜਿਹੇ ਕਾਰਜ ਕਰਨ ਲੱਗ ਗਏ ਜਿਹੜੇ ਸਾਡੇ ਹੰਕਾਰ, ਝੂਠ ਫਰੇਬ ਤੋਂ ਪ੍ਰੇਰਿਤ ਨੇ, ਸਮਝੋ ਕਿ ਅਸੀਂ ਉਸ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਨਹੀਂ ਰੱਖ ਰਹੇ, ਉਹਦਾ ਨਾਮ ਨਹੀਂ ਜਪ ਰਹੇ। ਤੇ ਜਦੋਂ ਅਸੀਂ ਆਪਣੇ ਜੀਵਨ ਦਾ ਹਰ ਕੋਈ ਕਾਰਜ, ਹਰ ਇੱਕ ਫੈਸਲਾ ਇਹ ਸੋਚ ਕੇ ਲੈ ਰਹੇ ਹਾਂ ਕਿ ਉਹ ਪ੍ਰਮਾਤਮਾ ਸਾਨੂੰ ਵੇਖ ਰਿਹਾ ਹੈ, ਭਾਵ ਕਿ ਉਸ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਰੱਖ ਕੇ ਲੈ ਰਹੇ ਹਾਂ, ਤਾਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਜਪ ਰਹੇ ਹਾਂ, ਭਾਵ ਕਿ ਉਹ ਦਵਾਈ ਲੈ ਰਹੇ ਹਾਂ। ਦੂਜੀ ਗੱਲ, ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਵਰਤਾਰੇ ਆਉਂਦੇ ਨੇ। ਕਈਆਂ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹੁੰਦੇ ਹਾਂ, ਕਈਆਂ ਦੇ ਲਈ ਨਹੀਂ ਵੀ ਹੁੰਦੇ। ਉਸ ਪ੍ਰਮਾਤਮਾ ਦੇ ਨਾਮ ਰੂਪੀ ਦਵਾਈ ਲੈਣ ਦਾ ਮਤਲਬ ਹੈ ਕਿ ਸਾਡੇ ਜੀਵਨ ਦੇ ਵਿੱਚ ਹੋਣ ਵਾਲੇ ਸਾਰੇ ਹੀ ਵਰਤਾਰਿਆਂ ਦੇ ਲਈ ਉਸ ਪ੍ਰਮਾਤਮਾ ਦੀ ਰਜ਼ਾ ਨੂੰ ਸਭ ਤੋਂ ਉੱਤਮ ਠਹਿਰਾਉਣਾ। ਅਸੀਂ ਇਹ ਨਹੀਂ ਕਹਿਣਾ ਕਿ ਇਹ ਵਰਤਾਰਾ ਤਾਂ ਹੋਇਆ ਕਿਉਂਕਿ ਮੈਂ ਐਂ ਕੀਤਾ, ਜਾਂ ਇਹ ਵੀ ਨਹੀਂ ਕਹਿਣਾ ਕਿ ਇਹ ਵਰਤਾਰਾ ਮੇਰੇ ਜੀਵਨ ਦੇ ਵਿੱਚ ਤਾਂ ਆਇਆ ਕਿਉਂਕਿ ਉਸ ਦੂਜੇ ਨੇ ਐਂ ਕੀਤਾ। ਪਹਿਲੀ ਸਥਿਤੀ ਦੇ ਵਿੱਚ ਅਸੀਂ ਆਪਣੇ ਹੰਕਾਰ ਨੂੰ ਬਲ ਦੇ ਰਹੇ ਹਾਂ, ਦੂਜੀ ਸਥਿਤੀ ਦੇ ਵਿੱਚ ਅਸੀਂ ਦੂਜੇ ਕਿਸੇ ਇਨਸਾਨ ਦੇ ਨਾਲ ਵੈਰ ਵਿਰੋਧ ਆਪਣੇ ਮਨ ਦੇ ਵਿੱਚ ਰੱਖ ਰਹੇ ਹਾਂ। ਤੇ ਇਹ ਦੋਨੋਂ ਹੀ ਗੱਲਾਂ ਸਾਡੇ ਮਨ ਦੀ ਸਥਿਰਤਾ ਨੂੰ ਖੋਰਾ ਲਾਉਂਦੀਆਂ ਨੇ। ਤੇ ਉੱਥੇ ਹੀ ਜੇਕਰ ਅਸੀਂ ਇਹ ਕਹਿ ਛੱਡੀਏ ਕਿ ਉਸ ਪ੍ਰਮਾਤਮਾ ਦੀ ਰਜ਼ਾ ਸੀ ਤਾਂ ਇਹ ਵਰਤਾਰਾ ਮੇਰੇ ਜੀਵਨ ਦੇ ਵਿੱਚ ਹੋਇਆ ਹੈ, ਨਾ ਤੇ ਅਸੀਂ ਆਪਣੇ ਹੰਕਾਰ ਨੂੰ ਬਲ ਦਿੱਤਾ, ਨਾ ਹੀ ਅਸੀਂ ਕਿਸੇ ਦੂਜੇ ਨੂੰ ਦੋਸ਼ ਦਿੱਤਾ, ਅਸੀਂ ਆਤਮਿਕ ਵਿਕਾਰਾਂ ਤੋਂ, ਆਤਮਿਕ ਰੋਗਾਂ ਤੋਂ ਆਪਣੇ ਆਪ ਨੂੰ ਬਚਾ ਲਿਆ। ਸੋ ਉਮੀਦ ਕਰਦੇ ਹਾਂ
ਕਿ ਇਹ ਜੋ ਸੰਜਮ, ਜੋ ਪਰਹੇਜ਼ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ, ਉਸ ਪਰਮਾਤਮਾ ਦੇ ਨਾਮ ਰੂਪੀ ਦਵਾਈ ਨੂੰ ਲੈਣ ਦਾ, ਇਹ ਤੁਹਾਨੂੰ ਸਭਨਾਂ ਨੂੰ ਸਮਝ ਦੇ ਵਿੱਚ ਆ ਗਿਆ ਹੋਏਗਾ ਤੇ ਤੁਸੀਂ ਇਸ ਸੰਜਮ ਨੂੰ ਆਪਣੇ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋਗੇ। ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਡੇ ਸਭਨਾਂ 'ਤੇ ਮਿਹਰ ਕਰੇ ਕਿ ਅਸੀਂ ਅਜਿਹਾ ਕਰਨ ਦੇ ਵਿੱਚ ਕਾਮਯਾਬ ਹੋ ਪਾਈਏ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।